ਖੁਸ਼ੀਆਂ ਖੇੜੇ ਸਾਡੇ ਵੇੜੇ ਦੇਖਣ ਵਾਲੇ ਸਭ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਮੀਨੂ ਗਲੋਤਰਾ ਤੇ ਅੱਜ ਗੱਲ ਕਰਾਂਗੇ ਫਿਕਰ ਯਾਨੀ ਕਿ ਚਿੰਤਾ ਦੀ। ਚਿੰਤਾ ਜਿਹੜੀ ਕਿ ਸਾਨੂੰ ਦੀਮਕ ਦੀ ਤਰ੍ਹਾਂ ਅੰਦਰੋਂ ਖੋਖਲਾ ਕਰ ਦਿੰਦੀ ਹੈ। ਤੇ ਜੇ ਗੱਲ ਕਰੀਏ ਚਿੰਤਾ ਦੀ ਤੇ ਸਾਡੇ ਨਾਲ ਭਵਿੱਖ ਵਿੱਚ ਕੀ ਹੋਣਾ ਹੈ, ਇਸ ਬਾਰੇ ਅੱਜ ਹਰ ਇੱਕ ਇਨਸਾਨ ਨੂੰ ਚਿੰਤਾ ਹੀ ਲੱਗੀ ਹੋਈ ਹੈ। ਤੇ ਇਸ ਚਿੰਤਾ ਦਾ ਸਾਡੇ ਮਾਨਸਿਕ ਹੈਲਥ, ਸਾਡੀ ਸਰੀਰਕ ਹੈਲਥ 'ਤੇ ਬਹੁਤ ਹੀ ਅਸਰ ਪੈਂਦਾ ਹੈ। ਕੀ ਅਸਰ ਪੈਂਦਾ ਹੈ ਤੇ ਕਿਵੇਂ ਚਿੰਤਾ ਤੋਂ ਆਪਣੇ ਆਪ ਨੂੰ ਦੂਰ ਰੱਖਿਆ ਜਾਣਾ ਚਾਹੀਦਾ ਹੈ, ਇਸ ਬਾਰੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਬ੍ਰਹਮਾ ਕੁਮਾਰ ਸਾਹਿਲ ਭਾਈ ਜੀ। ਬਹੁਤ ਬਹੁਤ ਤੁਹਾਡਾ ਸਵਾਗਤ। ਓਮ ਸ਼ਾਂਤੀ। ਓਮ ਸ਼ਾਂਤੀ। ਤੇ ਬ੍ਰਹਮਾ ਕੁਮਾਰੀ ਸਿਸਟਰ ਕੀਮੀ ਜੀ, ਬਹੁਤ ਬਹੁਤ ਸਵਾਗਤ ਤੁਹਾਡਾ। ਓਮ ਸ਼ਾਂਤੀ। ਸਿਸਟਰ, ਜਿਵੇਂ ਗੱਲ ਕਰ ਰਹੇ ਸੀ ਚਿੰਤਾ ਯਾਨੀ ਕਿ ਫਿਕਰ ਦੀ, ਤਾਂ ਅੱਜ ਹਰ ਇਨਸਾਨ ਜਿਹਨੂੰ ਵੀ ਗੱਲ ਕਰੋ ਤਾਂ ਕਿਸੇ ਨਾ ਕਿਸੇ ਚਿੰਤਾ ਜਾਂ ਫਿਕਰ ਵਿੱਚ ਜਿਹੜਾ ਉਹ ਉਲਝਿਆ ਹੋਇਆ ਹੈ। ਐਵੇਂ ਜਿਹੜੀ ਕਹਿ ਲਓ ਨਾ, ਬਿਨਾਂ ਮਤਲਬ ਦੀ ਵੀ ਕਈ ਵਾਰੀ ਚਿੰਤਾ ਜਿਹੜੀ ਹੈ ਹਰ ਇਨਸਾਨ ਕਰ ਰਿਹਾ ਹੈ। ਤੇ ਕੀ ਇਹਦਾ ਇਫੈਕਟ ਹੁੰਦਾ ਹੈ ਸਰੀਰ ਤੇ ਮਾਨਸਿਕ ਤੇ ਵੀ? ਦੇਖੋ, ਕਹਿੰਦੇ ਨੇ ਚਿੰਤਾ ਚਿਤਾ ਦੇ ਸਮਾਨ ਹੈ। ਬਿਲਕੁਲ। ਫਿਕਰ ਜਿਹੜਾ ਹੈ ਸਾਨੂੰ ਸਤਾ ਜਾਂਦਾ ਹੈ ਔਰ ਅੰਦਰ ਹੀ ਅੰਦਰ ਬੰਦੇ ਨੂੰ ਘੁਣ ਵਾਂਗੂ ਖਾ ਜਾਂਦਾ ਹੈ। ਬਿਲਕੁਲ। तो चिंता फिकर ਹੁੰਦੇ ਹੈ, ਸਭ ਨੂੰ ਘਰਾਂ ਦੇ ਵਿੱਚ ਚਿੰਤਾ ਫਿਕਰ ਹੈ, ਲੇਕਿਨ ਸਾਨੂੰ ਐਕਚੁਅਲੀ ਇਸ ਨੂੰ ਡਿਫਾਈਨ ਇਸ ਤਰੀਕੇ ਨਹੀਂ ਕਰਨਾ ਚਾਹੀਦਾ। ਜਿਹੜੇ ਸਾਡੇ ਕੰਮ ਨੇ ਜਾਂ ਰਿਸਪੌਂਸਿਬਿਲਿਟੀਜ਼ ਹੈ, ਅਸੀਂ ਉਹਨਾਂ ਨੂੰ ਵੀ ਚਿੰਤਾ ਫਿਕਰ 'ਚ ਹੀ ਗਿਣਦੇ ਹਾਂ। ਬਿਲਕੁਲ। ਲਾਈਕ ਬਹੁਤ ਸਾਰੇ ਰਿਸਪੌਂਸਿਬਿਲਿਟੀਜ਼ ਹੈ ਪੇਰੈਂਟ ਦੇ ਉੱਪਰ। ਹੁਣ ਜਿਹਦੇ ਕੋਲ ਘਰ ਨਹੀਂ ਹੈ ਉਹਨੂੰ ਪਹਿਲਾ ਫਿਕਰ ਹੁੰਦਾ ਵੀ ਮੇਰਾ ਘਰ ਬਣੇ, ਫਿਰ ਆਪਣੇ ਬੱਚਿਆਂ ਦੀ ਸ਼ਾਦੀਆਂ ਕਰਨਾ, ਇੱਕ ਉਹ ਫਿਕਰ ਕਬੀਲਦਾਰੀ ਵਿੱਚ ਹਰ ਕਿਸੇ ਨੂੰ ਹੁੰਦਾ ਹੈ। ਜਾਂ ਉਸ ਤੋਂ ਬਾਅਦ ਬੱਚਿਆਂ ਨੂੰ ਪੜ੍ਹਾਉਣਾ ਲਿਖਾਉਣਾ, ਬਹੁਤ ਸਾਰੀਆਂ ਚੀਜ਼ਾਂ ਨੇ। ਤਾਂ these are the responsibilities of a parent ਔਰ ਰਿਸਪੌਂਸਿਬਿਲਿਟੀਜ਼ ਇੱਕ ਗ੍ਰਸਤ ਦੀਆਂ। ਜੇ ਅਸੀਂ ਇਹਨਾਂ ਨੂੰ ਵੀ ਚਿੰਤਾ ਫਿਕਰ ਵਿੱਚ ਕਨਵਰਟ ਕਰਕੇ ਇਹਨਾਂ ਦਾ ਗਮ ਲਗਾ ਲਈਏ ਜਾਂ ਦੁੱਖ, ਟੈਨਸ਼ਨ ਔਰ ਚਿੰਤਾ ਲਗਾ ਲਈਏ, ਤਾਂ ਨੈਚੁਰਲ ਹੈ ਕਿ ਉਹਦਾ ਪ੍ਰਭਾਵ ਸਾਡੀ ਪੂਰੀ ਫਿਜ਼ੀਕਲ ਬਾਡੀ ਐਂਡ ਮੈਂਟਲ ਹੈਲਥ ਤੇ ਪੈਂਦਾ ਹੈ। ਬਿਲਕੁਲ। ਔਰ ਕੋਈ ਵੀ ਜਿਹੜਾ ਰੋਗ ਹੈ ਉਹ ਅੱਜ ਦੇ ਦੌਰ 'ਚ ਜ਼ਿਆਦਾਤਰ ਡਿਜ਼ੀਜ਼ ਸਾਈਕੋਸੋਮੈਟਿਕ ਨੇ। ਹਰ ਰੋਗ ਜਿਹੜਾ ਸਾਡਾ ਮਨ ਤੋਂ ਹੀ ਸਰੀਰ ਵੱਲ ਟਰੈਵਲ ਕਰਦਾ ਹੈ। ਇਟ ਸਟਾਰਟਸ ਫਰੋਮ ਹੇਅਰ ਐਂਡ ਦੈਨ ਇਟ ਟਰੈਵਲਸ ਟੂ ਦ ਫਿਜ਼ੀਕਲ ਬਾਡੀ। ਪਹਿਲਾਂ ਸਾਡੇ ਔਰਾ ਵਿੱਚ ਆਉਂਦਾ ਹੈ, ਸਾਡਾ ਮੈਂਟਲ ਐਸਪੈਕਟ, ਇਮੋਸ਼ਨਲ ਐਸਪੈਕਟ, ਉਹਦੇ ਤੋਂ ਫਿਰ ਹੌਲੀ ਹੌਲੀ ਫਿਜ਼ੀਕਲ ਬਾਡੀ ਤੇ ਟਰੈਵਲ ਕਰਦਾ ਹੈ। ਤੇ ਚਿੰਤਾ ਫਿਕਰ ਇੱਕ ਐਸੀ ਚੀਜ਼ ਹੈ, ਘੁਣ ਵਾਂਗੂ ਜੇ ਲੱਗ ਜਾਏ ਤਾਂ ਫਿਰ ਚਾਹੇ ਤੁਸੀਂ ਕਿੰਨੀ ਅੱਛੀ ਡਾਈਟ ਖਾ ਲਓ, ਜਿੰਨਾ ਮਰਜ਼ੀ ਤੁਸੀਂ ਵੱਡੇ ਤੋਂ ਵੱਡੇ ਨਿਊਟ੍ਰੀਸ਼ਨਿਸਟ ਨੂੰ ਕੰਸਲਟ ਕਰਕੇ ਆਪਣੇ ਅੱਛੇ ਡਾਈਟ ਪਲਾਨਸ ਬਣਵਾ ਲਓ, ਔਰ ਜਿੰਨਾ ਮਰਜ਼ੀ ਤੁਸੀਂ ਕਹੋ ਕਿ ਮੈਂ ਤਾਜ਼ਾ ਹਰ ਚੀਜ਼ ਤਾਜ਼ੀ ਲਿਆ ਕੇ ਖਾਵਾਂ ਔਰ ਐਕਸਰਸਾਈਜ਼ਸ ਵੀ ਕਰਾਂ, ਪ੍ਰਾਣਾਯਾਮ ਔਰ ਹਰ ਚੀਜ਼ ਤੁਸੀਂ ਕਰ ਲਓ, ਪਰ ਇੱਕ ਪਾਸੇ ਅਗਰ ਚਿੰਤਾ ਫਿਕਰ ਲੱਗਾ ਹੋਇਆ ਹੈ ਘੁਣ ਵਾਂਗੂ, ਤਾਂ ਫਿਰ ਉੱਤੋਂ ਜਿੰਨੇ ਮਰਜ਼ੀ ਪੋਲਿਸ਼ਸ ਕਰੇ ਜਾਓ, ਉਹ ਲੱਕੜੀ ਜਿਹੜੀ ਆ ਉਹ ਖਾਦੀ ਹੀ ਜਾਏਗੀ। ਇਸੇ ਤਰ੍ਹਾਂ ਸਾਡਾ ਸਰੀਰ ਔਰ ਮਨ ਜਿਹੜਾ ਅੰਦਰੋਂ ਖੋਖਲਾ ਹੁੰਦਾ ਜਾਂਦਾ ਹੈ। ਅਸੀਂ ਉੱਪਰੋਂ ਤਾਂ ਪੋਲਿਸ਼ਸ ਕਰਦੇ ਰਹਿੰਦੇ ਹਾਂ ਬਹੁਤ ਸਾਰੇ ਟਾਈਪਸ ਦੀ। ਇਟ ਕੈਨ ਬੀ ਬਿਊਟੀ ਸਪਾਸ, ਇਟ ਕੈਨ ਬੀ ਐਨੀਥਿੰਗ, ਠੀਕ ਹੈ, ਲੇਕਿਨ ਅੰਦਰੋਂ ਅਗਰ ਗਮ, ਚਿੰਤਾ ਫਿਕਰ ਨੂੰ ਅਸੀਂ ਨਹੀਂ ਛੱਡਿਆ ਜਾਂ ਆਪਣੀ ਇਸ ਤਰੀਕੇ ਦੀ ਕੰਡੀਸ਼ਨਿੰਗ ਨਹੀਂ ਕੀਤੀ ਮਾਈਂਡ ਦੀ ਕਿ ਅਸੀਂ ਉਸ ਤੋਂ ਬਿਨਾਂ ਜੀਣਾ ਸਿੱਖ ਜਾਈਏ, ਤਾਂ ਤਦ ਤੱਕ ਅਸੀਂ ਹੈਲਦੀ ਇੱਕ ਵੈਲ ਬੀਇੰਗ ਵਾਲਾ ਜੀਵਨ ਨਹੀਂ ਬਤੀਤ ਕਰ ਸਕਦੇ। ਬਿਲਕੁਲ ਜੀ, ਬਹੁਤ ਵਧੀਆ ਦੱਸਿਆ ਕਿ ਚਿੰਤਾ ਜਿਹੜੀ ਹੈ ਉਹ ਵਾਕਈ ਚਿਤਾ ਸਮਾਨ ਹੈ। ਸਾਹਿਲ ਭਾਈ ਜੀ, ਜਿਵੇਂ ਕਰਮਜੀਤ ਭੈਣ ਨੇ, ਕਿਮੀ ਭੈਣ ਨੇ ਦੱਸਿਆ ਕਿ ਚਿੰਤਾ ਜਿਹੜੀ ਹੈ ਉਹ ਚਿਤਾ ਸਮਾਨ ਹੈ, ਤੇ ਚਿੰਤਾ ਤੋਂ ਕਿਵੇਂ ਮੁਕਤ, ਕਿਵੇਂ ਆਪਣੇ ਆਪ ਨੂੰ ਫ੍ਰੀ ਰੱਖਿਆ ਜਾ ਸਕਦਾ ਹੈ? ਪਹਿਲੇ ਸੀ ਇੱਕ ਤੇ ਫ੍ਰੀ ਕਿੰਝ ਕਰੀਏ, ਤੇ ਇੱਕ ਹੈ ਕਿ ਸਾਡਾ ਆਈਡੀਅਲ ਸਟੇਟ ਆਫ ਮਾਈਂਡ ਹੁੰਦਾ ਕੀ ਹੈ। ਸੋ ਜੇ ਅਸੀਂ ਛੋਟੇ ਇੱਕ ਬੱਚੇ ਨੂੰ ਦੇਖੀਏ ਤੇ ਹਰ ਬੰਦਾ ਐਨਵੀ ਕਰਦਾ ਹੈ ਇਹ ਕਿੰਨਾ ਜ਼ਿਆਦਾ ਬੇਫਿਕਰ ਹੈਗਾ। ਹਾਂ, ਇਫ ਯੂ ਸੀ ਉਹ ਜਾ ਕੇ ਖੇਡ ਰਿਹਾ, ਕੋਈ ਚੀਜ਼ ਚੁੱਕ ਰਿਹਾ ਹੈ, ਹਰ ਚੀਜ਼ ਨਾਲ ਇੰਡਲਜ ਕਰ ਰਿਹਾ, ਉਹਨੂੰ ਕਿਸੇ ਚੀਜ਼ ਦੀ ਚਿੰਤਾ ਨਹੀਂ। ਉਹਨੂੰ ਪਤਾ ਹੈ ਮੈਨੂੰ ਸਹੀ ਟਾਈਮ ਤੇ ਉਹਨੇ ਬਸ ਆਵਾਜ਼ ਹੀ ਕਰਨੀ ਹੈ, ਫਿਜ਼ੀਓਲੋਜੀਕਲ ਸ਼ੋ ਹੀ ਕਰਨਾ ਹੈ, ਤੇ ਉਹਨੂੰ ਖਾਣਾ ਵੀ ਮਿਲ ਜਾਣਾ ਹੈ, ਉਹਨੂੰ ਸਾਰਾ ਕੁਝ ਉਹਦਾ ਹੋ ਜਾਣਾ ਹੈ। ਐਂਡ ਜੇ ਅਸੀਂ ਵੱਡਿਆਂ ਦੇ ਐਸਪੈਕਟ ਦੇਖੀਏ, ਇੱਕ ਸੈਂਟੈਂਸ ਹੈਗਾ ਕਿ ਘੋੜੇ ਵੇਚ ਕੇ ਸੋਵੋ। ਹਰ ਬੰਦਾ ਚਾਹੁੰਦਾ ਹੈ ਕਿ ਉਹ ਜੀ ਨੀਂਦ ਮੈਨੂੰ ਆਏ ਕਿ ਘੋੜੇ ਵੇਚ ਕੇ ਸੋਵੋ। ਓਨਲੀ ਥਿੰਗ ਇਜ਼ ਉਹ ਘੋੜੇ ਵਿਕਦੇ ਨਹੀਂ ਹੈ, ਅਸੀਂ ਘੋੜੇ ਵੇਚ ਕੇ ਫਿਰ ਲੈ ਲੈਂਦੇ ਹਾਂ ਵਾਪਸ। ਬਿਲਕੁਲ। ਸੋ ਅ ਕੇਅਰ ਫ੍ਰੀ ਸਟੇਟ ਆਫ ਮਾਈਂਡ, ਬਿਲਕੁਲ, ਜਿਹਦੇ ਵਿੱਚ ਅਸੀਂ ਹੁਣ ਦੀ ਘੜੀ ਜਿਸ ਚੀਜ਼ ਦੀ ਅਸੀਂ ਜਿੰਜ ਰਿਸਪੌਂਸਿਬਿਲਿਟੀ ਲੈਣੀ ਹੈ ਉਹ ਲੈ ਵੀ ਰਹੇ ਹਾਂ, ਬਟ ਅ ਕੇਅਰ ਫ੍ਰੀ ਸਟੇਟ ਆਫ ਮਾਈਂਡ ਜਿੱਥੇ ਅਸੀਂ
ਖੁਸ਼ ਹੈਗੇ ਆ, ਸਾਨੂੰ ਫਿਊਚਰ ਦੀ ਚਿੰਤਾ ਨਹੀਂ ਕਿ ਪਤਾ ਨਹੀਂ ਇਹ ਹੋ ਜਾਏਗਾ ਉਹ ਹੋ ਜਾਏਗਾ। ਦਿਸ ਇਜ਼ ਦ ਸਟੇਟ ਆਫ ਮਾਈਂਡ ਦੈਟ ਵੀ ਵਾਂਟ ਟੂ ਅਚੀਵ। ਐਂਡ ਇਸ ਐਸਪੈਕਟ ਵੱਲ ਜਾਣ ਵਾਸਤੇ ਆਈ ਥਿੰਕ ਬੇਫਿਕਰ ਹੋਣ ਵਾਸਤੇ ਦ ਫਰਸਟ ਐਸਪੈਕਟ ਇਜ਼ ਕਿ ਫਿਕਰ ਕਰੋ। ਜੇ ਫਿਕਰ ਕਰੋ ਮਤਲਬ ਕਿ ਆਪਣੀ ਰਿਸਪੌਂਸਿਬਿਲਿਟੀਜ਼ ਦੀ ਰਾਈਟ ਐਕਸ਼ਨ ਦਾ ਫਿਕਰ ਕਰੋ। ਮਤਲਬ ਜਿੰਜੇ ਫਿਜ਼ੀਕਲ ਬਾਡੀ ਦੇ ਵੀ ਐਕਸਪਰਟ ਹੈਗੇ ਹੈ, ਤਾਂ ਫਿਜ਼ੀਕਲ ਬਾਡੀ ਦਾ ਧਿਆਨ ਰੱਖੋ, ਆਪਣੇ ਕੰਮ ਦਾ ਧਿਆਨ ਰੱਖੋ, ਆਪਣੀ ਫੈਮਿਲੀ ਦਾ ਧਿਆਨ ਰੱਖੋ। ਇਫ ਯੂ ਨਿਗਲੈਕਟ, ਜਿਹੜੀ ਚੀਜ਼ ਨੂੰ ਨਿਗਲੈਕਟ ਕਰਦੇ ਜਾਓਗੇ ਉਹੀ ਸਭ ਤੋਂ ਵੱਡੀ ਚਿੰਤਾ ਕੱਲ ਨੂੰ ਤੁਹਾਡੇ ਬਣਦੀ ਜਾਏਗੀ ਉੱਤੇ ਬਣੇਗੀ। ਸੋ ਫਿਕਰ ਕਰੋ, live your life is in balance, and ਜਿੱਥੇ in a balanced way ਤੁਹਾਡੀ requirement ਹੈ ਉਹ ਸਾਰੀ ਚੀਜ਼ਾਂ ਵੱਲ ਇੱਕ attention ਦਿਓ। ਬਿਲਕੁਲ। ਪਰ ਜਿਵੇਂ ਹੁਣ ਅੱਜ ਦੁਨੀਆ ਵਿੱਚ ਦੇਖਦੇ ਹਾਂ ਕਿ ਬਹੁਤ ਪ੍ਰੋਬਲਮਸ ਆ ਗਈਆਂ ਨੇ, ਚਾਹੇ ਕੋਈ ਫਾਈਨੈਂਸ਼ੀਅਲ ਲੈ ਲਓ ਜਾਂ ਕੋਈ ਫਿਜ਼ੀਕਲ ਲੈ ਲਓ, ਤਾਂ ਫਿਰ ਹਰ ਚਿੰਤਾ ਤੋਂ ਕਿਵੇਂ ਫ੍ਰੀ ਰਿਹਾ ਜਾ ਸਕਦਾ ਹੈ? ਕਿਉਂਕਿ ਅਗਰ ਕਿਸੇ ਨੂੰ ਕਹੋ ਕਿ ਤੁਸੀਂ ਚਿੰਤਾ ਬਿਲਕੁਲ ਹੀ ਨਹੀਂ ਕਰਨੀ, ਪਰ ਉਹ ਲੋਕ ਕਹਿੰਦੇ ਆ ਕਿ ਸਾਨੂੰ ਤਾਂ ਪ੍ਰੋਬਲਮਸ ਹੀ ਬੜੀਆਂ ਨੇ, ਪਰ ਕਿਵੇਂ ਨਿਕਲਣ ਬਾਹਰ ਪ੍ਰੋਬਲਮਸ ਚੋਂ? ਬਾਈ ਡੂਇੰਗ ਇਟ। ਸੋਚੀ ਜਾਣ ਨਾਲ ਇੱਕ ਗੁਰਬਾਣੀ ਵਿੱਚ ਬਹੁਤ ਸੋਹਣੀ ਲਾਈਨ ਆਉਂਦੀ ਹੈ, ਸੋਚੇ ਸੋਚ ਨਾ ਹੋਵੇ ਜੇ ਸੋਚੇ ਲੱਖ ਵਾਰ। ਕਿੰਨੀ ਵਾਰ ਤੁਸੀਂ ਸੋਚੀ ਜਾਓਗੇ ਇੱਕ ਗੱਲ ਨੂੰ? ਕੋਈ ਚਿੰਤਾ ਹੈ, ਫਿਕਰ ਹੈ, ਪਤਾ ਹੈ ਕਿ ਜੌਬ ਚਲੀ ਗਈ ਹੈ ਜਾਂ ਮੇਰਾ ਬਿਜ਼ਨਸ ਸਲੋ ਹੋ ਗਿਆ ਹੈ ਜਾਂ ਪ੍ਰੋਡਕਟਿविटी इतनी ज़्यादा नहीं है, सप्लाई हर चीज़ ਤੇ ਮੰਨ ਲਓ ਇਫੈਕਟ ਆਇਆ ਹੈ। ਯੈਸ, ਯੂਨੀਵਰਸਲ ਇਫੈਕਟ ਆਇਆ ਹੈ, ਲੇਕਿਨ ਕਿਆ ਉਸ ਚੀਜ਼ ਨੂੰ ਬੈਠ ਕੇ ਸੋਚੀ ਜਾਣ ਨਾਲ ਔਰ ਉਸਦਾ ਫਿਕਰ ਕਰੀ ਜਾਣ ਨਾਲ ਕਿਆ ਹੈਪਨ ਹੋ ਜਾਏਗਾ? ਬਿਲਕੁਲ ਨਹੀਂ। ਤਾਂ ਫਿਰ ਇਸ ਤੋਂ ਬੈਟਰ ਹੈ ਕਿ ਜਿੰਨਾ ਟਾਈਮ ਐਂਡ ਪ੍ਰੋਡਕਟਿਵਿਟੀ, ਜਿੰਨਾ ਅਸੀਂ ਮਿਹਨਤ ਫਿਕਰ ਚ ਕਰ ਰਹੇ ਹਾਂ, ਵੀ ਫਿਕਰ ਹੀ ਕਰੀ ਜਾ ਰਹੇ ਹਾਂ ਉਸ ਗੱਲ ਦਾ, ਹਾਏ ਆ ਕਿੱਦਾਂ ਹੋਊਗਾ, ਹਾਏ ਮੇਰਾ ਉਹ ਕਿੱਦਾਂ ਹੋਏਗਾ, ਹਾਏ ਕੱਲ ਨੂੰ ਇਹ ਕੰਮ ਨਾ ਰਹਿ ਜਾਏ, ਹਾਏ ਕੱਲ ਨੂੰ ਏਦਾਂ ਨਾ ਰਹਿ ਜਾਏ। ਦਿਸ ਇਜ਼ ਵਾਟ ਹਾਏ ਲੋਕ ਆਪਣੇ ਮਨ ਨੂੰ ਲਗਾ ਲੈਂਦੇ ਨੇ। ਤੇ ਇਸ ਵਿੱਚ ਜਿੰਨਾ ਸਾਡਾ ਟਾਈਮ ਜਾ ਰਿਹਾ ਹੈ, ਜਿੰਨਾ ਮੇਰੀ ਬਾਡੀ ਔਰ ਮਾਈਂਡ ਦੀ એનર્ਜੀ ਜਾ ਰਹੀ ਹੈ, ਬੈਟਰ ਹੈ ਕਿ ਉਨਾ ਹੀ ਟਾਈਮ ਅਸੀਂ ਕੁਝ ਉਹਦੇ ਵੱਲ ਕਦਮ ਚੁੱਕ ਲਈਏ। ਬਿਲਕੁਲ, whatever you want to achieve, ਉਹਦੇ ਵੱਲ ਆਪਣੇ ਸਟੈਪਸ ਚੱਕ ਲਈਏ, ਉਹਦੇ ਵੱਲ ਕਦਮ ਵਧਾ ਲਈਏ, ਤਾਂ ਉਨਾ ਕੁ ਤੁਹਾਡੀ ਫਿਕਰ ਚਿੰਤਾ ਆਪੇ ਘਟ ਜਾਏਗੀ। ਤਾਂ ਬਹਿ ਕੇ ਸੋਚੀ ਜਾਣ ਨਾਲੋਂ ਅੱਛਾ ਹੈ ਕਿ ਲੈਟਸ ਡੂ ਇਟ। ਤਾਂ ਜਦੋਂ ਕਰਨ ਲੱਗ ਜਾਵਾਂਗੇ ਅੱਧਾ ਤਾਂ ਮਾਈਂਡ ਵੈਸੇ ਡਾਇਵਰਟ ਹੋ ਜਾਂਦਾ ਹੈ, ਤੇ ਜਦੋਂ ਅਸੀਂ ਅ ਸਟੈਪ ਕਲੋਜ਼ਰ ਹੋਵਾਂਗੇ ਟੁਵਰਡਸ ਆਰ ਅਚੀਵਮੈਂਟ, ਤਾਂ ਫਿਰ ਵੈਸੇ ਹੀ ਸਾਡੀਆਂ ਫਿਕਰ ਚਿੰਤਾਵਾਂ ਘਟਣੀਆਂ ਸ਼ੁਰੂ ਹੋ ਜਾਣਗੀਆਂ। ਐਕਚੁਅਲੀ ਇਟ ਇਜ਼ ਓਨਲੀ ਵਰਚੁਅਲ। ਉਹ ਸਾਰਾ ਕੁਝ ਜਿਵੇਂ ਇੱਕ ਖਿਆਲੀ ਦੁਨੀਆ ਹੈ, ਸਾਰੀ ਬੰਦਾ ਯੂ ਨੋ ਸਮਟਾਈਮਸ ਮੋਬਾਈਲ ਚੱਕਦਾ ਹੈ ਕੋਈ ਇਨਸਾਨ, ਉਹਨੇ ਦੇਖਣਾ ਹੁੰਦਾ ਹੈ ਕਿ ਮੇਰਾ ਫੇਸਬੁੱਕ ਤੇ ਕੋਈ ਚੈੱਕ ਕਰਨਾ, ਉਹ ਫੇਸਬੁੱਕ ਤੋਂ ਫਿਰ ਇੰਸਟਾ ਤੋਂ ਫਿਰ ਹੋਰ ਕਿਤੇ YouTube, ਮਤਲਬ ਉਹ ਫਲੋ ਵਿੱਚ ਬਹਿ ਹੀ ਜਾਂਦਾ ਹੈ। ਕਿੰਨੇ ਸਾਰੇ ਆਵਰਸ ਇਦਾਂ ਹੀ ਵੇਸਟ ਹੋ ਜਾਂਦੇ ਹਨ, ਐਂਡ ਪ੍ਰੋਡਕਟਿਵਿਟੀ ਕੁਝ ਵੀ ਨਹੀਂ। ਬਜਾਏ ਕਿ ਚਿੰਤਾ ਦੇ ਵਿੱਚ ਡੁੱਬੇ ਰਹਿਣ ਨਾਲੋਂ ਕਿ ਤੁਸੀਂ ਕੁਝ ਪ੍ਰੋਡਕਟਿਵਿਟੀ ਕੁਝ ਲੈ ਕੇ ਆਓ, ਕੁਝ ਕੰਮ ਕਰੋ। ਹਾਂਜੀ, ਕਿਵੇਂ ਦੀਦੀ ਤੁਸੀਂ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਇੱਕ ਚੀਜ਼ ਹੁਣੇ ਸੰਕਲਪ ਆਇਆ ਕਿ ਜਦੋਂ ਕੋਈ ਫਿਕਰ ਔਰ ਚਿੰਤਾ ਤੁਹਾਨੂੰ ਲੱਗ ਜਾਏ ਨਾ, ਉਹਨੂੰ ਉੱਥੇ ਛੱਡ ਕੇ ਇੱਕ ਵਾਰੀ ਉੱਠ ਜਾਓ। ਫਿਕਰ ਚਿੰਤਾ ਦੇ ਵਿੱਚ ਤੁਸੀਂ ਤੁਰ ਨਹੀਂ ਸਕਦੇ। ਫਿਕਰ ਚਿੰਤਾ ਦੇ ਵਿੱਚ ਜ਼ਿਆਦਾਤਰ ਬੰਦਾ ਕਿਸੇ ਜਗ੍ਹਾ ਤੇ ਬੈਠਾ ਹੁੰਦਾ ਹੈ ਐਂਡ ਰਿਪੀਟਡਲੀ ਕੁਝ ਸੋਚ ਰਿਹਾ ਹੁੰਦਾ ਹੈ। ਸਾਨੂੰ ਤੁਰੰਤ ਉੱਥੋਂ ਉੱਠ ਕੇ ਕੁਝ ਐਸੇ ਕ੍ਰੀਏਟਿਵ ਕੰਮ ਕਰ ਲੈਣਾ ਚਾਹੀਦਾ ਹੈ। ਇਟ ਕੈਨ ਬੀ ਪੇਂਟਿੰਗ, ਇਟ ਕੈਨ ਬੀ ਪਲੇਇੰਗ, ਕੋਈ ਸਪੋਰਟ ਖੇਲ ਲਓ, ਕੋਈ ਗੇਮ ਖੇਲ ਲਓ, ਆਪਣੀ ਹੌਬੀ ਕਿਸੇ ਵੀ ਜਿਹੜੀ ਤੁਹਾਡੀ ਹੌਬੀ ਹੈਗੀ ਆ ਨਾ, ਤੁਸੀਂ ਉਹਦੇ ਵਿੱਚ ਲੱਗ ਜਾਓ। ਇੱਕ ਵਾਰੀ ਉਸ ਘੜੀਆਂ ਨੂੰ ਪਾਰ ਕਰ ਲਓ, ਜਦੋਂ ਤੁਹਾਡਾ ਮਾਈਂਡ ਇੱਕਦਮ ਫਰੈਸ਼ ਹੋ ਜਾਏਗਾ, ਇਟ ਵਿਲ ਗੈਟ ਅ ਚੇਂਜ। ਹੋਰ ਕੁਝ ਨਹੀਂ, ਮਾਰਕੀਟ ਜਾਓ, ਸ਼ਾਪਿੰਗ ਕਰ ਆਓ, ਚਾਹੇ ਵਿੰਡੋ ਸ਼ਾਪਿੰਗ ਹੀ ਕਰ ਆਓ, ਲੇਕਿਨ ਇੱਕ ਵਾਰੀ ਨਾ ਉਸ ਜਗ੍ਹਾ ਨੂੰ ਚੇਂਜ ਕਰ ਦੋ, ਉਹਨਾਂ ਥਾਟਸ ਨੂੰ ਚੇਂਜ ਕਰ ਦੋ, ਗਿਵ ਅ ਬ੍ਰੇਕ ਟੂ yourself ਐਂਡ ਜਸਟ ਗੈਟ ਗੋਇੰਗ। ਤੇ ਤੁਸੀਂ ਦੇਖੋਗੇ ਕਿ ਥੋੜੇ ਦੇਰ ਬਾਅਦ, ਅੱਧਾ ਪੌਣੇ ਘੰਟੇ ਬਾਅਦ, 1 ਘੰਟੇ ਬਾਅਦ ਉਹ ਮੂਡ ਫਰੈਸ਼ ਹੋ ਜਾਏਗਾ ਐਂਡ ਉਹ ਜਿਹੜਾ ਇੱਕ ਫਲੋ ਚੱਲਿਆ ਹੋਇਆ ਸੀ ਚਿੰਤਾ ਫਿਕਰ ਵਾਲਾ, ਉਹ ਥੋੜਾ ਜਿਹਾ ਅਲੱਗ ਹੋ ਜਾਂਦਾ ਹੈ। ਜਦੋਂ ਅਸੀਂ ਲੋਕਾਂ ਦੇ ਵਿੱਚ ਉੱਠਦੇ ਬੈਠਦੇ ਹਾਂ, ਬਾਹਰ ਨਿਕਲਦੇ ਹਾਂ, ਥੋੜਾ ਸਾਨੂੰ ਸਮਝ ਵੀ ਆਉਂਦਾ ਹੈ ਕਿ ਮੈਂ ਤਾਂ ਐਵੇਂ ਚਿੰਤਾ ਫਿਕਰ ਡੁੱਬਿਆ ਹੋਇਆ ਸੀ। ਥੀਸ ਆਰ ਦ ਸੋ ਮੈਨੀ ਵੇਜ਼ ਕਿ ਅਸੀਂ ਗੈਟ ਥਰੂ ਹੋ ਸਕਦੇ ਹਾਂ। ਬਿਲਕੁਲ ਜੀ, ਬਿਲਕੁਲ। ਕਿਵੇਂ ਭੈਣ, ਤੁਸੀਂ ਬਹੁਤ ਵਧੀਆ ਦੱਸਿਆ ਦਰਸ਼ਕਾਂ ਨੂੰ ਕਿ ਕਿਵੇਂ ਤੁਸੀਂ ਆਪਣੀ ਚਿੰਤਾ ਵਾਲੇ ਥਾਟਸ ਨੂੰ ਇੱਕਦਮ ਚੇਂਜ ਕਰ ਸਕਦੇ ਹੋ, ਕਿ ਆਪਣੀ ਹੌਬੀ ਵੱਲ ਜਾ ਸਕਦੇ ਹੋ। ਕੋਈ ਵੀ ਹੌਬੀ ਹੋ ਸਕਦੀ ਹੈ ਜਿਹੜੀ ਤੁਹਾਨੂੰ ਖੁਸ਼ੀ ਦੇ ਕੇ ਜਾਏ। ਤੇ ਸਾਹਿਲ ਭਾਈ, ਤੁਸੀਂ ਵੀ ਦਰਸ਼ਕਾਂ ਨੂੰ ਬਹੁਤ ਵਧੀਆ ਟਿਪਸ ਦਿੱਤੇ ਕਿ ਕਿਵੇਂ ਆਪਣੀ ਸੋਚ ਦਾ ਤਰੀਕਾ ਬਦਲਣਾ ਹੈ ਔਰ ਕਿਵੇਂ ਤੁਸੀਂ ਪੋਜ਼ਿਟਿਵ ਸੋਚਣਾ ਹੈ, ਤਾਂ ਕਿ ਜਿਹੜੇ ਨੈਗੇਟਿਵ ਚਿੰਤਾ ਦੇ ਜਿਹੜੇ
ਥਾਟਸ ਜਿਹੜੇ ਉਹ ਬਿਲਕੁਲ ਹੀ ਖਤਮ ਹੋ ਜਾਣ। ਤੁਸੀਂ ਪ੍ਰੋਗਰਾਮ ਵਿੱਚ ਆਏ, ਦਰਸ਼ਕਾਂ ਨੂੰ ਬਹੁਤ ਵਧੀਆ ਟਿਪਸ ਦਿੱਤੇ ਕਿ ਚਿੰਤਾ ਤੋਂ ਕਿਵੇਂ ਦੂਰ ਰਹਿਣਾ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਓਮ ਸ਼ਾਂਤੀ। ਓਮ ਸ਼ਾਂਤੀ। ਓਮ ਸ਼ਾਂਤੀ। ਜੀ ਦਰਸ਼ਕੋ, ਅਸੀਂ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਹਰ ਚਿੰਤਾ, ਹਰ ਗਮ, ਹਰ ਫਿਕਰ ਨੂੰ ਪਰੇ ਰੱਖ ਕੇ ਹੁਣ ਨਵੀਂ ਜ਼ਿੰਦਗੀ, ਨਵੀਂ ਉਡਾਨ ਜ਼ਰੂਰ ਭਰੋਗੇ ਤੇ ਨਵੇਂ ਪੋਜ਼ਿਟਿਵ ਥਾਟਸ ਜਿਹੜੇ ਆ ਕ੍ਰੀਏਟ ਕਰੋਗੇ, ਕਿਉਂਕਿ ਹਰ ਪੋਜ਼ਿਟਿਵ ਥਾਟ ਨੂੰ ਕ੍ਰੀਏਟ ਹੀ ਕਰਨਾ ਪੈਂਦਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਐਪੀਸੋਡ ਜ਼ਰੂਰ ਪਸੰਦ ਆਇਆ ਹੋਵੇਗਾ। ਫਿਰ ਮਿਲਾਂਗੇ ਇੱਕ ਹੋਰ ਨਵੀਂ ਕੜੀ ਨਾਲ, ਨਵੇਂ ਇਸ਼ੂ ਨੂੰ ਲੈ ਕੇ। ਓਮ ਸ਼ਾਂਤੀ।